ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 'ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਬੇਟਾ ਕੱਲ੍ਹ ਮੈਂ ਵੀਡੀਓ ਨਹੀਂ ਅਪਲੋਡ ਕਰ ਸਕੀ, ਕੁਛ ਅਨਅਵੋਇਡੇਬਲ ਰੀਜ਼ਨ ਸੀਗੇ, ਸੌਰੀ ਫੋਰ ਦੈਟ। ਆਪਾਂ ਪਿਛਲਾ ਟੋਪਿਕ ਸੀ ਜਿਹੜਾ ਉਹ ਅਸੈਸਮੈਂਟ ਐਂਡ ਇਵੈਲੂਏਸ਼ਨ ਕੀਤਾ ਸੀ, ਹੈ ਨਾ। ਮੈਂ ਤੁਹਾਨੂੰ ਕਿਹਾ ਸੀ ਨੈਕਸਟ ਵੀਡੀਓ ਵਿੱਚ ਆਪਾਂ ਉਹਦੇ ਕੁਛ MCQ ਡਿਸਕਸ ਕਰ ਲਾਂਗੇ ਤਾਂ ਕਿ ਤੁਹਾਨੂੰ ਆਈਡੀਆ ਹੋ ਜਾਵੇ ਕਿ ਕਿੱਦਾਂ ਦੇ ਕੁਐਸਚਨਸ ਨੇਗੇ ਜਿਹੜੇ ਇਸ ਟੌਪਿਕ ਦੇ ਵਿੱਚੋਂ ਬਣਦੇ ਨੇਗੇ, ਹੈ ਨਾ। ਈਜ਼ੀ ਟੌਪਿਕ ਹੈਗਾ ਅਤੇ ਸਕੋਰਿੰਗ ਵੀ ਹੈਗਾ। ਸਭ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਦੀ ਹਾਂ, ਜਿਨ੍ਹਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਮੇਂ ਟੂ ਸਮੇਂ ਸਿਰ ਪਹੁੰਚਦੀ ਰਹੇ। ਹਾਂਜੀ, ਆਪਾਂ ਸ਼ੁਰੂ ਕਰ ਦਿਆਂਗੇ ਕੁਐਸਚਨਸ। ਫਸਟ ਕੁਐਸਚਨ ਹੈ, ਵਟ ਇਜ਼ ਦਾ ਪਰਪਸ ਆਫ ਐਗਜ਼ਾਮੀਨੇਸ਼ਨ ਇਵੈਲੂਏਸ਼ਨ। ਮਤਲਬ ਜਿਹੜੀ ਆਪਾਂ ਪੇਪਰ ਲੈਂਦੇ ਆਂਗੇ ਉਹਦਾ ਮੇਨ ਮਕਸਦ ਕੀ ਹੈ, ਇਹ ਪੁੱਛ ਰਿਹਾ ਆਪਣੇ ਤੋਂ। ਤਾਂ ਇਹਦੇ ਵਿੱਚ ਕੀ ਆਊਗਾ, ਫਸਟ ਕੁਐਸਚਨ ਦਾ ਆਨਸਰ ਹੈ ਜਿਹੜਾ ਆਪਾਂ ਆਪਸ਼ਨਸ ਰੀਡ ਕਰ ਲੈਂਦੇ ਹਾਂ। ਟੂ ਅਸਾਈਨ ਗ੍ਰੇਡਸ ਟੂ ਦਾ ਸਟੂਡੈਂਟਸ, ਕਿ ਬੱਚਿਆਂ ਨੂੰ ਇੱਕ ਗ੍ਰੇਡਸ ਦੇਣਾ ਸਿਰਫ ਉਹਦਾ ਮੋਟਿਵ ਹੈਗਾ। ਟੂ ਆਇਡੈਂਟੀਫਾਈ ਏਰੀਆਜ਼ ਆਫ ਇੰਪਰੂਵਮੈਂਟ, ਟੂ ਕ੍ਰੀਏਟ ਅ ਕੰਪੀਟੀਟਿਵ ਇਨਵਾਇਰਮੈਂਟ, ਟੂ ਪ੍ਰਮੋਟ ਮੈਮੋਰਾਈਜੇਸ਼ਨ। ਰੱਟਾ ਲਗਾਉਣਾ ਨਹੀਂ ਬੇਟਾ, ਇਹਦਾ ਸਿੰਪਲ ਆਨਸਰ ਕੀ ਆਊਗਾ ਕਿ ਤਾਂ ਕਿ ਬੱਚੇ ਹੋਰ ਇੰਪਰੂਵ ਕਰ ਸਕਣ, ਉਹ ਫਰਦਰ ਇੰਪਰੂਵਮੈਂਟ ਲੈ ਕੇ ਆ ਸਕਣ, ਠੀਕ ਹੈ। ਤਾਂ ਕਰਕੇ ਆਪਾਂ ਵਾਰ-ਵਾਰ ਐਗਜ਼ਾਮੀਨੇਸ਼ਨ ਜਿਹੜੀ ਜਾਂ ਇਵੈਲੂਏਸ਼ਨ ਕੰਡਕਟ ਕਰ ਦਿਆਂਗੇ, ਠੀਕ ਹੈ। ਨੈਕਸਟ ਆ ਗਿਆ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਫੋਰਮੇਟਿਵ ਅਸੈਸਮੈਂਟ। ਫੋਰਮੇਟਿਵ ਅਸੈਸਮੈਂਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿਹੜੀ ਹੁੰਦੀ ਹੈ, ਜਿਹੜੀ ਡਿਊਰਿੰਗ ਦਾ ਕਲਾਸ ਹੁੰਦੀ ਰਹਿੰਦੀ ਹੈਗੀ, ਹੈ ਨਾ, ਵੀ ਨਾਲ ਦੀ ਨਾਲ ਚੱਲਦੀ ਰਹਿੰਦੀ ਹੈ। ਜਿਵੇਂ ਟੀਚਰ ਪੜ੍ਹਾ ਰਿਹਾ ਹੁੰਦਾ, ਕੋਈ ਟੈਸਟ ਲੈ ਲਿਆ ਜਾਂ ਕੁਛ ਸੁਣ ਲਿਆ ਉਹਨਾਂ ਤੋਂ, ਹੈ ਨਾ, ਉਹ ਪ੍ਰੈਜੈਂਟੇਸ਼ਨ ਹੋ ਗਈ ਜਿਹੜੀ, ਉਹ ਫੋਰਮੇਟਿਵ ਹੋ ਗਈ। ਤਾਂ ਫਾਈਨਲ ਐਗਜ਼ਾਮੀਨੇਸ਼ਨ ਤਾਂ ਸਮੇਟਿਵ ਹੁੰਦੀ ਆ। ਔਰਲ ਪ੍ਰੈਜੈਂਟੇਸ਼ਨ ਕਿਹੜੀ ਹੋਊਗੀ, ਫੋਰਮੇਟਿਵ ਅਸੈਸਮੈਂਟ ਹੋਊਗੀ, ਜਿਹੜੀ ਟੀਚਰ ਕਲਾਸ ਦੇ ਵਿੱਚ ਨਾਲ ਨਾਲ ਪੁੱਛ ਰਿਹਾ ਬੱਚਿਆਂ ਤੋਂ। ਨੈਕਸਟ ਆ ਗਿਆ ਸਟੈਂਡਰਡਾਈਜ਼ ਟੈਸਟ, ਗ੍ਰੇਡਿੰਗ, ਹੋਮਵਰਕ ਅਸਾਈਨਮੈਂਟ। ਹੋਮਵਰਕ ਕਿਸੇ ਵੀ ਤਰ੍ਹਾਂ ਦੀ ਅਸੈਸਮੈਂਟ ਨਹੀਂ ਹੁੰਦੀ, ਨਾ ਹੀ ਇਹ ਸਮਿਟਿਵ ਹੁੰਦੀ ਹੈ, ਨਾ ਹੀ ਇਹ ਫੋਰਮੇਟਿਵ ਹੁੰਦੀ ਹੈ, ਠੀਕ ਹੈ। ਸਟੈਂਡਰਡਾਈਜ਼ ਟੈਸਟ ਹੋ ਗਿਆ ਬੇਟਾ ਜਿਹੜਾ ਆਪਾਂ ਕਿਸੇ ਪਰਟੀਕੂਲਰ ਸਕਿੱਲ ਨੂੰ ਮੇਜ਼ਰ ਕਰਨ ਲਈ ਕਰਦੇ, ਜਿਵੇਂ ਇੰਟੈਲੀਜੈਂਸ ਟੈਸਟ ਹੈ, ਐਪਟੀਟਿਊਡ ਟੈਸਟ ਹੈ, ਵੀ ਤੁਸੀਂ ਕਿੰਨੇ ਕੁ ਇੰਟੈਲੀਜੈਂਟ ਹੋ, ਤੁਹਾਡਾ ਜਿਹੜਾ IQ ਲੈਵਲ ਹੈ ਕਿਹੜੇ ਸਕੇਲ ਦੇ ਵਿੱਚ ਲਾਈ ਕਰਦਾ ਹੈਗਾ, ਉਹ ਸਟੈਂਡਰਡਾਈਜ਼ ਟੈਸਟ ਹੁੰਦੇ ਹੈਗੇ, ਠੀਕ ਹੈ। ਨੈਕਸਟ ਆ ਗਿਆ ਓਥੈਂਟਿਕ ਅਸੈਸਮੈਂਟ ਰੈਫਰਸ ਟੂ। ਓਥੈਂਟਿਕ ਹੁੰਦਾ ਹੈਗਾ ਰੀਅਲ, ਟਰੂ, ਸੱਚੀ। ਵੀ ਇਹ ਅਸੈਸਮੈਂਟ ਕੀ ਹੁੰਦੀ ਹੈਗੀ, ਅਸੈਸਿੰਗ ਸਟੂਡੈਂਟ ਬੇਸਡ ਔਨ ਰੀਅਲ ਲਾਈਫ ਟਾਸਕ, ਐਡਮਿਨਿਸਟਰਿੰਗ ਸਟੈਂਡਰਡਾਈਜ਼ ਟੈਸਟ, ਯੂਜ਼ਿੰਗ ਮਲਟੀਪਲ ਚੋਇਸ ਕੁਐਸਚਨਸ, ਅਸਾਈਨਿੰਗ ਗ੍ਰੇਡ ਬੇਸਡ ਔਨ ਕਲਾਸ ਪਾਰਟੀਸਪੇਸ਼ਨ। ਤਾਂ ਇਹਦਾ ਆਨਸਰ ਕੀ ਆਊਗਾ, ਫਸਟ ਆਊਗਾ। ਇੱਕ ਰੀਅਲ ਅਸੈਸਮੈਂਟ ਹੈ ਜਿਹੜੀ ਆਪਣੀ ਡੇਲੀ ਲਾਈਫ ਨਾਲ ਜੁੜੀ ਹੋਣੀ ਚਾਹੀਦੀ ਹੈਗੀ। ਅਤੇ ਆਪਣੇ ਜੋ ਕਿਸੇ ਬੱਚੇ ਨੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਿਹਾ ਸੀ ਕਿ ਮੈਮ ਪਲੀਜ਼ ਵੀ ਦੋਨੋਂ ਲੈਂਗੁਏਜ ਦੇ ਵਿੱਚ, ਹੈ ਨਾ, ਵੀ ਮਟੀਰੀਅਲ ਅਵੇਲੇਬਲ ਕਰਾ ਦਿਆ ਕਰੋ। ਤਾਂ ਬੇਟਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਪੇਪਰ 'ਚ ਤੁਹਾਨੂੰ ਦੋਨੋਂ ਲੈਂਗੁਏਜ ਆਉਣਗੇ, ਇੰਗਲਿਸ਼ ਵੀ ਆਊਗੀ, ਪੰਜਾਬੀ ਵੀ ਆਊਗੀ। ਅਤੇ ਮੈਂ ਤੁਹਾਨੂੰ ਬਹੁਤ ਹੀ ਬੇਸਿਕ ਪੰਜਾਬੀ ਦੇ ਵਿੱਚ ਹੀ ਸਮਝਾ ਰਹੀ ਹਾਂਗੀ, ਜਿਵੇਂ ਓਥੈਂਟਿਕ ਅਸੈਸਮੈਂਟ ਮਤਲਬ ਜਿਹੜੀ ਸੱਚੀ, ਜਿਹੜੀ ਟਰੂ ਹੈ, ਜਿਹਦੇ 'ਚ ਕੋਈ ਆਪਾਂ ਕਹਿ ਸਕਦੇ ਹਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਟਰਾਂਸਪੇਰੈਂਟ ਹੈ, ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹਦੇ 'ਚ ਕੋਈ ਆਪਾਂ ਕਹਿ ਸਕਦੇ ਭੇਦਭਾਵ ਨਹੀਂ, ਪਾਰਸ਼ੈਲਿਟੀ ਨਹੀਂ ਹੈਗੀ, ਠੀਕ ਹੈ। ਨੈਕਸਟ ਆ ਗਿਆ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਡਵਾਂਟੇਜ ਆਫ ਕ੍ਰਾਈਟੀਰੀਅਨ ਰੈਫਰੈਂਸਡ ਅਸੈਸਮੈਂਟ। ਹਾਂਜੀ, ਇਹ ਆਪਣੇ ਦੋ ਰਹਿ ਗਏ ਸੀਗੇ ਅਸੈਸਮੈਂਟ ਦੀਆਂ ਟਾਈਪਸ। ਇੱਕ ਕ੍ਰਾਈਟੀਰੀਅਨ ਰੈਫਰੈਂਸਡ ਹੁੰਦਾ, ਇੱਕ ਨੋਰਮ ਰੈਫਰੈਂਸਡ ਹੁੰਦਾ। ਨੋਰਮ ਕ੍ਰਾਈਟੀਰੀਅਨ ਰੈਫਰੈਂਸਡ ਹੁੰਦਾ ਹੈਗਾ ਜਿਹਦੇ ਵਿੱਚ ਆਪਾਂ ਇੱਕ ਬੱਚੇ ਨੂੰ ਦੂਜੇ ਬੱਚੇ ਨਾਲ ਕੰਪੇਅਰ ਨਹੀਂ ਕਰਦੇ। ਕਲਾਸ ਦੇ ਵਿੱਚ ਆਪਾਂ ਸਿੰਪਲ ਬੱਚੇ ਦੀ ਜਿਹੜੀ ਉਹ ਹੈਗੀ ਪ੍ਰੋਗਰੈਸ ਹੈ ਉਹ ਜਸਟੀਫਾਈ ਕਰਦੇ ਹਾਂ ਕਿ ਉਹਦੇ ਕਿੰਨੇ ਵਧੀਆ ਨੰਬਰ ਆ ਰਹੇ ਨੇਗੇ, ਹੈ ਨਾ। ਅਤੇ ਜਿਹੜੀ ਨੋਰਮ ਰੈਫਰੈਂਸਡ ਹੈ ਉਹਦੇ 'ਚ ਆਪਾਂ ਕੰਪੀਟੀਸ਼ਨ ਕਰਾ ਦਿੰਦੇ ਹਾਂ ਵੀ ਤੂੰ ਫਸਟ ਆਇਆ, ਤੂੰ ਸੈਕਿੰਡ ਆਇਆ, ਨੈਕਸਟ ਟਾਈਮ ਤੂੰ ਆ ਸਕਦਾ, ਇੱਕ ਨੋਰਮ ਫਿਕਸ ਕਰ ਦਿੰਦੇ ਹੈਗੇ, ਠੀਕ ਹੈ। ਤਾਂ ਹੁਣ ਇੱਥੇ ਕ੍ਰਾਈਟੀਰੀਅਨ ਰੈਫਰੈਂਸਡ ਦੀ ਕੀ ਐਡਵਾਂਟੇਜ ਹੋ ਗਈ, ਅਲਾਉਸ ਫॉर ਰੈਂਕਿੰਗ ਐਂਡ ਕੰਪੈਰੀਜ਼ਨ ਆਫ ਸਟੂਡੈਂਟ। ਰੈਂਕਿੰਗ ਅਤੇ ਕੰਪੈਰੀਜ਼ਨ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿਹਦੇ 'ਚ ਆ ਜਾਂਦੀ ਆ, ਨੋਰਮ ਦੇ ਵਿੱਚ ਆ ਜਾਂਦੀ ਹੈਗੀ। ਤਾਂ ਇਹ ਕੀ ਆਪਾਂ ਨੂੰ ਕਲੀਅਰ ਕੱਟ ਪਿਕਚਰ ਪ੍ਰੋਵਾਈਡ ਕਰਦਾ ਹੈਗਾ ਸਟੂਡੈਂਟ ਦੀ ਪ੍ਰੋਗਰੈਸ ਦੀ, ਕਿ ਬੱਚੇ ਨੇ ਕਿੰਨਾ ਕੁ ਅਚੀਵ ਕੀਤਾ ਹੈ, ਕਿੰਨੀ ਕੁ ਉਹਨੇ ਇੰਪਰੂਵਮੈਂਟ ਕੀਤੀ ਹੈ। ਨੈਕਸਟ ਆ ਗਿਆ, ਵਟ ਡਜ਼ ਦਾ ਟਰਮ ਸਮੇਟਿਵ ਅਸੈਸਮੈਂਟ ਰੈਫਰਸ ਟੂ। ਸਮੇਟਿਵ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਐਂਡ ਆਫ ਦਾ ਈਅਰ ਆ ਜਾਂਦਾ ਇਹਦੇ ਵਿੱਚ, ਜਿਹੜੀ ਕਿ ਐਂਡ ਆਫ ਦਾ ਯੂਨਿਟ, ਐਂਡ ਆਫ ਦਾ ਕੋਰਸ ਆਪਾਂ ਸਮੇਟਿਵ ਅਸੈਸਮੈਂਟ ਦਿੰਦੇ ਹੈਗੇ। ਜਿਵੇਂ ਤੁਹਾਡੇ ਹੁਣ BA ਦੇ MA ਦੇ ਪੇਪਰ ਹੋ ਕੇ ਹਟੇ ਨੇ ਜਿਹੜੇ, ਉਹ ਸਮੇਟਿਵ ਅਸੈਸਮੈਂਟ ਹੈ। ਤਾਂ ਇਹਦੇ 'ਚੋਂ ਕਿਹੜੀ ਆਪਸ਼ਨ ਆਊਗੀ, ਅਸਾਈਨਿੰਗ ਸਟੂਡੈਂਟ ਪ੍ਰੋਗਰੈਸ ਥਰੂ ਆਊਟ ਦਾ ਲਰਨਿੰਗ ਪ੍ਰੋਸੈਸ। ਬਿਲਕੁਲ ਵੀ ਨਹੀਂ। ਥਰੂ ਆਊਟ ਦਾ ਲਰਨਿੰਗ ਪ੍ਰੋਸੈਸ ਮਤਲਬ ਜਦੋਂ ਲਰਨਿੰਗ ਚੱਲ ਰਹੀ ਹੈ ਤਾਂ ਉਹ ਕਿਹੜੀ ਹੋਊਗੀ,
ਉਹ ਤਾਂ ਫੋਰਮੇਟਿਵ ਆ ਜੂਗੀ। ਤਾਂ ਇਹਦੇ ਵਿੱਚ ਕੀ ਆਊਗਾ, ਜਿਹੜੀ ਕੀ ਹੁੰਦੀ ਹੈਗੀ ਅਸੈਸਿੰਗ ਸਟੂਡੈਂਟਸ ਐਟ ਦ ਐਂਡ ਆਫ ਅ ਯੂਨਿਟ ਔਰ ਕੋਰਸ, ਜਿਹੜੇ ਆਪਾਂ ਬਿਲਕੁਲ ਐਂਡ 'ਤੇ ਅਸੈਸ ਕਰਦੇ ਹਾਂ। ਠੀਕ ਹੈ। ਨੈਕਸਟ ਆ ਗਿਆ ਵਿਚ ਆਫ ਦ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਓਬਜੈਕਟਿਵ ਅਸੈਸਮੈਂਟ। ਓਬਜੈਕਟਿਵ ਮੀਨਸ ਜਿਹਦੇ 'ਚ ਇੱਕ ਕਲੀਅਰ ਕੱਟ ਆਂਸਰ ਹੈ। ਠੀਕ ਹੈ। ਤਾਂ ਆਪਾਂ ਨੂੰ ਪਤਾ ਕਿਹੜੀ ਹੁੰਦੀ ਹੈ, ਜਿਹੜੀ ਤੁਹਾਡੀ ਹੁਣ ਅਸੈਸਮੈਂਟ ਹੋ ਰਹੀ ਹੈ ਕਿਹੜੀ ਹੈ, ਓਬਜੈਕਟਿਵ ਅਸੈਸਮੈਂਟ ਹੈ, ਜਿਹਦੇ ਵਿੱਚ ਕੀ ਆ ਜਾਂਦੇ ਬੇਟਾ ਮਲਟੀਪਲ ਚੋਇਸ ਕੁਐਸਚਨਸ ਆ ਜਾਂਦੇ ਨੇ। ਠੀਕ ਹੈ। ਨੈਕਸਟ ਆ ਗਿਆ ਵਿਚ ਆਫ ਦ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਐਨ ਅਲਟਰਨੇਟਿਵ ਅਸੈਸਮੈਂਟ ਮੈਥਡ। ਤਾਂ ਇਹਦੇ ਵਿੱਚ ਸਟੈਂਡਰਡਾਈਜ਼ ਟੈਸਟ, ਟਰੂ ਔਰ ਫਾਲਸ, ਪੋਰਟਫੋਲੀਓ ਅਸੈਸਮੈਂਟ ਕੀ ਹੈ, ਜਿਹੜਾ ਇੱਕ ਕੀ ਹੈ ਅਲਟਰਨੇਟਿਵ ਅਸੈਸਮੈਂਟ ਮੈਥਡ ਹੈ, ਜਿਹੜਾ ਕਿ ਆਪਾਂ ਬੱਚਿਆਂ ਨੂੰ ਇੱਕ ਪੋਰਟਫੋਲੀਓ ਤਿਆਰ ਕਰਨ ਨੂੰ ਕਹਿ ਦਿੰਦੇ ਹਾਂ ਕਿ ਤੁਸੀਂ ਹੁਣ ਤੱਕ ਕੀ ਅਚੀਵ ਕੀਤਾ, ਜਿਵੇਂ ਰੈਜ਼ੂਮੇ ਰਾਈਟਿੰਗ ਆ ਜਾਂਦੀ ਆ, ਉਹਦਾ ਇੱਕ ਇਹ ਪਾਰਟ ਹੈਗਾ। ਠੀਕ ਹੈ। ਨੈਕਸਟ ਆ ਗਿਆ ਵਟ ਇਜ਼ ਦ ਪਰਪਸ ਆਫ ਪ੍ਰੋਵਾਈਡਿੰਗ ਕੰਸਟਰਕਟਿਵ ਫੀਡਬੈਕ ਟੂ ਦਾ ਸਟੂਡੈਂਟਸ। ਜਿਹੜੀ ਆਪਾਂ ਬੱਚਿਆਂ ਨੂੰ ਰੈਗੂਲਰ ਫੀਡਬੈਕ ਪ੍ਰੋਵਾਈਡ ਕਰਦੇ ਰਹਿੰਦੇ ਹਾਂ, ਉਹਦਾ ਕੀ ਮਤਲਬ ਪਰਪਸ ਕੀ ਹੈ, ਉਹਦੀ ਐਡਵਾਂਟੇਜ ਕੀ ਹੈਗੀ। ਟੂ ਮੋਟੀਵੇਟ ਸਟੂਡੈਂਟਸ ਟੂ ਪਰਫੋਰਮ ਬੈਟਰ, to rank and compare students' performance, to establish a competitive learning environment, to evaluate students' prior knowledge। बिल्कुल भी नहीं। तो इसका आंसर क्या होगा, फर्स्ट आऊगा टू मोटिवेट स्टूडेंट्स टू परफॉर्म बेटर। वट इज़ द मेन ड्रॉबैक ऑफ रिलाइंग सोलली ऑन समेटिव असैसमेंट। जी सिर्फ समेटिव असैसमेंट होंगी है, समेटिव असैसमेंट कि होंगी है एंड ऑफ द ईयर होंगी है, जी कि ਉਹਦੇ 'ਤੇ ਆਪਾਂ ਨੂੰ ਭਰੋਸਾ ਕਰਕੇ ਜੇ ਆਪਾਂ ਉਹਦੇ ਬੇਸ 'ਤੇ ਹੀ ਜਜਮੈਂਟ ਦੇਣੀ ਹੈ ਤਾਂ ਉਹਦਾ ਕੀ ਡਰੋਬੈਕ ਹੈਗਾ। It does not provide immediate feedback to the students. It is time consuming. It only measures memorization skills. It cannot assess higher order thinking skills, thoughts, higher order thinking skills। ਤਾਂ ਇਹਦਾ ਆਨਸਰ ਕੀ ਆਊਗਾ, ਫਸਟ ਆਊਗਾ ਬੇਟਾ ਇਹ ਆਪਾਂ ਨੂੰ ਇਮੀਡੀਏਟ ਫੀਡਬੈਕ ਨਹੀਂ ਪ੍ਰੋਵਾਈਡ ਕਰਦੀ। ਜਿਹੜੀ ਫੋਰਮੇਟਿਵ ਅਸੈਸਮੈਂਟ ਹੈ ਉਹ ਆਪਾਂ ਨੂੰ ਨਾਲ ਦੀ ਨਾਲ ਦੱਸਦੀ ਰਹਿੰਦੀ ਹੈ ਕਿ ਜਿਹੜੀ ਆਪਣੀ ਉਹ ਹੈਗੀ ਪ੍ਰੋਗਰੈਸ ਆ ਉਹ ਕਿੱਥੇ ਤੱਕ ਚੱਲ ਰਹੀ ਹੈਗੀ। ਠੀਕ ਹੈ। ਨੈਕਸਟ ਆ ਗਿਆ ਵਿਚ ਆਫ ਦ ਫੋਲੋਇੰਗ ਇਜ਼ ਅ ਕਰੈਕਟਰਿਸਟਿਕ ਆਫ ਓਥੈਂਟਿਕ ਅਸੈਸਮੈਂਟ। ਓਥੈਂਟਿਕ ਅਸੈਸਮੈਂਟ ਪਹਿਲਾਂ ਵੀ ਆਇਆ ਸੀ ਕੁਐਸਚਨ, ਅਤੇ ਇਹਦੀ ਕਰੈਕਟਰਿਸਟਿਕ ਕੀ ਹੈਗੀ, ਇਟ ਫੋਕਸ ਔਨ ਰੋਟ ਮੈਮੋਰਾਈਜੇਸ਼ਨ ਆਫ ਫੈਕਟਸ ਐਂਡ ਇਨਫੋਰਮੇਸ਼ਨ, ਨੋ। ਇਟ ਇਨਵੋਲਵ ਸਟੈਂਡਰਡਾਈਜ਼ ਟੈਸਟ ਮੈਥਡਸ, ਨੋ। ਇਟ ਅਲਾਊਜ਼ ਫॉर ਸਟੂਡੈਂਟਸ ਕ੍ਰੀਏਟੀਵਿਟੀ ਐਂਡ ਕ੍ਰਿਟੀਕਲ ਥਿੰਕਿੰਗ। ਕੀ ਹੈ, ਜਿਹੜੀ ਇੱਕ ਓਥੈਂਟਿਕ ਅਸੈਸਮੈਂਟ ਹੈ ਉਹ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਵੀ ਡਿਵੈਲਪ ਕਰੂਗੀ ਪਲੱਸ ਕ੍ਰਿਟੀਕਲ ਥਿੰਕਿੰਗ ਵੀ ਡਿਵੈਲਪ ਕਰੂਗੀ। ਨੈਕਸਟ ਆ ਗਿਆ ਵਟ ਇਜ਼ ਦਾ ਪਰਪਸ ਆਫ ਐਗਜ਼ਾਮੀਨੇਸ਼ਨ, ਇਵੈਲੂਏਸ਼ਨ ਐਂਡ ਅਸੈਸਮੈਂਟ। ਇਹਦਾ ਮੇਨ ਇਹਨਾਂ ਦਾ ਮੇਨ ਮਕਸਦ ਕੀ ਹੈਗਾ, ਟੂ ਅਸਾਈਨ ਗ੍ਰੇਡਸ, ਟੂ ਮੇਜਰ ਸਟੂਡੈਂਟਸ ਅੰਡਰਸਟੈਂਡਿੰਗ ਐਂਡ ਨੌਲੇਜ, ਟੂ ਰੈਂਕ ਸਟੂਡੈਂਟਸ ਬੇਸਡ ਔਨ ਪਰਫੋਰਮੈਂਸ, ਟੂ ਕੰਪੇਅਰ ਸਟੂਡੈਂਟਸ ਫਰੋਮ ਡਿਫਰੈਂਟ ਸਕੂਲਸ। ਤਾਂ ਇਹਦੇ ਵਿੱਚ ਜਿਹੜੀ ਬੈਸਟ ਆਪਸ਼ਨ ਹੈ ਵੈਸੇ ਇਹੀ ਹੈਗੀ, ਟੂ ਮੈਜਰ ਸਟੂਡੈਂਟਸ ਅੰਡਰਸਟੈਂਡਿੰਗ ਐਂਡ ਨੌਲੇਜ। ਠੀਕ ਹੈ। ਨੈਕਸਟ ਹੈ ਵਿਚ ਆਫ ਦ ਫੋਲੋਇੰਗ ਇਜ਼ ਨੋਟ ਅ ਫੋਰਮ ਆਫ ਅਸੈਸਮੈਂਟ। ਹੇਠ ਲਿਖਿਆਂ 'ਚੋਂ ਕਿਹੜਾ ਕਿ ਜਿਹੜਾ ਅਸੈਸਮੈਂਟ ਦਾ ਪਾਰਟ ਹੈ ਹੀ ਨਹੀਂ। ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹੋਮਵਰਕ ਹੁੰਦਾ ਜਿਹੜਾ ਉਹ ਅਸੈਸਮੈਂਟ ਦਾ ਪਾਰਟ ਨਹੀਂ ਹੁੰਦਾ, ਕਿਉਂਕਿ ਉਸ ਟਾਈਮ 'ਤੇ ਜਿਹੜਾ ਬੱਚਾ ਹੁੰਦਾ ਉਹ ਟੀਚਰ ਦੀ ਨਜ਼ਰ ਤੋਂ ਓਹਲੇ ਹੁੰਦਾ ਅਤੇ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨੇ ਕਿੰਨੀ ਕੁ ਉਹਦੇ ਨਾਲ ਆਪਾਂ ਕਹਿ ਸਕਦੇ ਹਾਂ ਫਲੂਐਂਸੀ ਦੇ ਨਾਲ ਜਿਹੜਾ ਆਪਦਾ ਹੋਮਵਰਕ ਕੰਪਲੀਟ ਕੀਤਾ ਹੈਗਾ। ਠੀਕ ਹੈ। ਨੈਕਸਟ ਆ ਗਿਆ ਵਟ ਇਜ਼ ਦਾ ਡਿਫਰੈਂਸ ਬਿਟਵੀਨ ਫੋਰਮੇਟਿਵ ਅਸੈਸਮੈਂਟ ਐਂਡ ਸਮੇਟਿਵ ਅਸੈਸਮੈਂਟ। ਫੋਰਮੇਟਿਵ ਅਸੈਸਮੈਂਟ ਕਿਹੜੀ ਹੁੰਦੀ ਹੈ, ਡਿਊਰਿੰਗ ਦਾ ਕੋਰਸ, ਅਤੇ ਜਿਹੜੀ ਸਮੇਟਿਵ ਹੁੰਦੀ ਆ ਇਹ ਕੀ ਹੁੰਦੀ ਆ, ਐਂਡ ਆਫ ਦਾ ਕੋਰਸ। ਤਾਂ ਇਹਦੇ ਵਿੱਚ ਕੀ ਆਊਗਾ, ਫੋਰਮੇਟਿਵ ਅਸੈਸਮੈਂਟ ਹੈ ਜਿਹੜੀ ਫੀਡਬੈਕ ਪ੍ਰੋਵਾਈਡ ਕਰਦੀ ਆ ਆਪਾਂ ਨੂੰ ਫਰਦਰ ਇੰਪਰੂਵਮੈਂਟ ਦੇ ਲਈ, ਅਤੇ ਜਿਹੜੀ ਸਮੇਟਿਵ ਹੁੰਦੀ ਹੈਗੀ ਇਹ ਕਿੱਥੇ ਹੁੰਦੀ ਹੈ, ਐਂਡ ਆਫ ਦਾ ਕੋਰਸ ਜਿਹੜੀ ਕੀ ਹੈ ਕੰਡਕਟ ਕੀਤੀ ਜਾਂਦੀ ਹੈਗੀ। ਇਹ ਕੁਐਸਚਨ ਸੀਗੇ ਬੇਟਾ ਅੱਜ ਦੇ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਏ ਹੋਣਗੇ। ਬਾਕੀ ਜੇਕਰ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦਾ ਹੈਗਾ। ਇਹ ਵਾਲੀ PDF ਮੈਂ ਟੈਲੀਗ੍ਰਾਮ ਚੈਨਲ ਦੇ ਵਿੱਚ ਸ਼ੇਅਰ ਕਰ ਦਿੰਦੀ ਹੈਗੀ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।